ਧੰਨ ਵਾਹਿਗੁਰੂ ਸਾਹਿਬ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਈ ਮੈਂ ਤੇਰੀ। ना तुम डोलो ना हम गिरते, रख लीनी हर मेरी। धन वाहिगुरु साहिब जी। जो प्राणी ममता तजै, लोभ मोह अहंकार, कहो नानक आपन तरै, और न लेत उधार। जो प्राणी ममता तजै, लोभ मोह अहंकार, कहो नानक आपन तरै, और न लेत उधारो। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਜੁੜ ਬੈਠੇ ਸਤਿਕਾਰੇ ਸਤਸੰਗੀ ਜਨੋ, ਆਪ ਜੀ ਨੇ ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਉਦਮ ਸਦਕਾ ਸ਼ਾਮਾਂ ਦੇ ਦੀਵਾਨ ਦੇ ਵਿੱਚ ਸੋਦਰ ਸਾਹਿਬ ਜੀ ਦੇ ਪਾਠ ਸ਼ਰਵਣ ਕੀਤੇ ਹਨ। ਉਪਰੰਤ ਸਤਿਕਾਰਯੋਗ ਹਜ਼ੂਰੀ ਜਥੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸ਼ਰਵਣ ਕੀਤਾ ਹੈ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮੁਬਾਰਕ ਸ਼ਲੋਕ, ਜਿਨ੍ਹਾਂ ਦਾ ਪਾਠ ਅਸੀਂ ਅਕਸਰ ਹੀ ਸਹਿਜ ਪਾਠ, ਅਖੰਡ ਪਾਠ, ਅਖੀਰ ਦੇ ਵਿੱਚ ਰੱਖੇ ਪਾਠ ਦੇ ਮੁਤਾਬਕ ਸ਼ਰਵਣ ਕਰਦੇ ਹਾਂ। ਗੁਰੂ ਮਹਾਰਾਜ ਜੀ ਨੇ ਦੋ ਪੰਕਤੀਆਂ ਦੇ ਇੱਕ ਸ਼ਲੋਕ ਦੇ ਵਿੱਚ ਸਾਡੇ ਨਾਲ ਜੀਵਨ ਦੇ ਖਾਸ ਨੁਕਤਿਆਂ ਉੱਤੇ ਵਿਚਾਰ ਸਾਂਝੀ ਕੀਤੀ ਹੈ। 22ਵਾਂ ਨੰਬਰ ਸ਼ਲੋਕ ਆਪ ਜੀ ਨੇ ਪਾਠ ਰੂਪ ਦੇ ਵਿੱਚ ਸ਼ਰਵਣ ਕੀਤਾ ਹੈ। ਗੁਰੂ ਅਸੀਸ ਲੈ ਕੇ ਮੁਬਾਰਕ ਬਾਣੀ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਗੁਰੂ ਵੱਲੋਂ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਨੇ ਇਸ ਮੁਬਾਰਕ ਸ਼ਲੋਕ ਦੇ ਵਿੱਚ ਪਾਵਨ ਉਪਦੇਸ਼ ਸਾਂਝਾ ਕੀਤਾ ਹੈ। ਭਾਰਤੀ ਖਿੱਤੇ ਦੇ ਵਿੱਚ ਕੁਝ ਅਜਿਹੇ ਧਾਰਮਿਕ ਲੋਕ ਸਨ ਜਿਨ੍ਹਾਂ ਨੇ ਆਪਣਾ ਬਹੁਤ ਕੁਝ ਛੱਡਣ ਦਾ ਦਾਅਵਾ ਕੀਤਾ ਕਿ ਅਸੀਂ ਤਿਆਗ ਦਿੱਤਾ ਹੈ, ਅਸੀਂ ਤਿਆਗੀ ਹਾਂ। ਆਪਣੇ ਆਪ ਦੇ ਵਿੱਚ ਤਿਆਗੀ ਸ਼ਬਦ ਦਾ ਮਾਣ ਲੈ ਲੈਣਾ ਵੀ ਮਹਾਰਾਜ ਕਹਿੰਦੇ ਨੇ ਕੁਝ ਵੀ ਨਾ ਤਿਆਗਣ ਦੀ ਪਹਿਚਾਣ ਹੁੰਦੀ ਹੈ। ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਹੈ, ਉਸ ਵਿੱਚ ਕਬੀਰ ਸਾਹਿਬ ਨੇ ਆਖਿਆ, ਮਾਇਆ ਤਜੀ ਤੋ ਕਿਆ ਭਇਆ। ਬਈ ਮਾਇਆ ਸਾਧਨ ਸਹੂਲਤਾਂ ਛੱਡੀਆਂ ਹਨ, ਕਿਉਂਕਿ ਉਹਨਾਂ ਨੂੰ ਇਹ ਭਰਮ ਪੈ ਗਿਆ ਕਿ ਇਹ ਘਰ ਪਰਿਵਾਰ ਦੇ ਜੀ ਮੈਂਬਰ, ਬਿਜ਼ਨਸ, ਇਹ ਸਾਰਾ ਕੁਝ ਰੱਬ ਦੇ ਮਿਲਣ ਦੇ ਵਿੱਚ ਇੱਕ ਵੱਡੀ ਰੁਕਾਵਟ ਹੁੰਦੀ ਹੈ। ਉਹਨਾਂ ਨੇ ਮਨ ਬਣਾ ਲਿਆ ਕਿ ਇਹਨੂੰ ਛੱਡਣਾ ਹੀ ਬਿਹਤਰ ਹੈ। ਉਹਨਾਂ ਨੇ ਮਟੀਰੀਅਲ ਨੂੰ ਰੱਬ ਦੇ ਮਿਲਣ ਦੇ ਵਿੱਚ ਇੱਕ ਬੜੀ ਵੱਡੀ ਪ੍ਰੋਬਲਮ ਸਮਝੀ ਹੈ। ਹੁਣ ਸੁਭਾਵਕ ਕਿ ਜਿਹੜੀ ਚੀਜ਼
ਉਹਨਾਂ ਨੂੰ ਲੱਗਦੀ ਗਈ ਕਿ ਇਹ ਮਾਇਆ ਹੈ, ਆ ਮਾਇਆ ਹੈ। ਉਹਨਾਂ ਨੇ ਬਿਲਕੁਲ ਤਿਆਗ ਹੀ ਦਿੱਤਾ। ਇਸ ਜਹਿਦ ਵਿੱਚ ਨਹੀਂ ਪਏ, ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੰਨ ਲਓ ਪਾਣੀ ਹੈ, ਹੁਣ ਸਮੁੰਦਰ ਕਿੰਨਾ ਗਹਿਰਾ ਹੈ, ਪਾਣੀ ਦੀਆਂ ਛੱਲਾਂ ਵੱਜਦੀਆਂ ਨੇ, ਸਮੁੰਦਰ ਦੇ ਉੱਪਰ ਅਗਰ ਕੋਈ ਤੁਰਨ ਦੀ ਕੋਸ਼ਿਸ਼ ਕਰੇ ਉਹ ਡੁੱਬ ਸਕਦਾ ਹੈ। ਪਾਣੀ ਦੇ ਵਿੱਚ ਡੁੱਬਣ ਦੇ ਖਤਰੇ ਹੈਗੇ ਨੇ, ਕਿਉਂਕਿ ਲਹਿਰਾਂ ਨੇ, ਗਹਿਰਾਈ ਹੈ। ਸੁਭਾਵਕ ਹੀ ਜਦੋਂ ਉੱਤੇ ਪਾਣੀ ਚਲਾ ਗਿਆ, ਬੰਦਾ ਹੇਠਾਂ ਆ ਗਿਆ, ਉਹ ਤੜਫੇਗਾ, ਉਹਨੇ ਡੁੱਬ ਜਾਣਾ ਹੈ ਤੇ ਅਖੀਰ ਉਹਦਾ ਸਾਹ ਘੁੱਟ ਜਾਣਾ, ਉਹਨੇ ਖਤਮ ਹੋ ਜਾਣਾ। ਇਸ ਡਰ ਭੁੱਖੋਂ ਬੰਦਾ ਪਾਣੀ ਦੇ ਨਜ਼ਦੀਕ ਹੀ ਨਾ ਜਾਵੇ ਕਿ ਡੁੱਬ ਹੀ ਨਾ ਜਾਵਾਂ ਕਿਤੇ। ਕੀ ਕਦੀ ਉਹ ਬੰਦਾ ਤੈਰ ਵੀ ਸਕਦਾ ਸੀ? ਅੱਜ ਅਗਰ ਸਮਾਜ ਵਿੱਚ ਇੱਕ ਸ਼ਬਦ ਬਣਿਆ ਨਾ ਕਿ ਫਲਾਣਾ ਤੈਰਦਾ, ਉਹ ਸਵੀਮਿੰਗ ਕਰਦਾ, ਉਹ ਤੈਰਦਾ, ਇਹ ਵਰਡ ਵੀ ਉਦੋਂ ਹੀ ਆਜ਼ਾਦ ਹੋਇਆ ਜਦੋਂ ਕਿਸੇ ਨੇ ਪਾਣੀ ਦਾ ਡਰ ਕੱਢ ਕੇ, ਡੁੱਬਣ ਦਾ ਖਤਰਾ ਕੱਢ ਕੇ ਅੰਦਰੋਂ ਕੋਸ਼ਿਸ਼ ਕੀਤੀ ਕਿ ਲੰਘਿਆ ਜਾ ਸਕਦਾ। ਬੜੀ ਪਿਆਰੀ ਕਿਸੇ ਨੇ ਇੱਕ ਗੱਲ ਆਖੀ ਸੀ ਕਿ ਜੇ ਪਾਣੀ ਦੇ ਉੱਤੇ, ਪਾਣੀ ਦੇ ਵਿੱਚ ਡੁੱਬਣ ਦੇ ਖਤਰੇ ਹੁੰਦੇ ਨੇ ਤੇ ਪਾਣੀ ਉੱਤੋਂ ਹੀ ਤਰਨ ਦੇ ਚਾਂਸ ਰਹਿ ਜਾਂਦੇ ਨੇ। ਸੜਕ ਤੇ ਤਰਿਆ ਥੋੜਾ ਜਾ ਸਕਦਾ, ਤੁਰਿਆ ਹੀ ਜਾ ਸਕਦਾ। ਕੋਈ ਰੋਡ ਤੇ ਤੁਰ ਸਕਦਾ, ਤਰ ਨਹੀਂ ਸਕਦਾ। ਤਰਨਾ ਹੋਵੇ ਤਾਂ ਪਾਣੀ ਲਾਜ਼ਮੀ ਹੈ, ਜ਼ਰੂਰੀ ਚਾਹੀਦਾ। ਜਿੱਥੇ ਤੈਰਾਕੀ ਦੀਆਂ ਖੇਡਾਂ ਹੋਣਗੀਆਂ, ਮੁਕਾਬਲੇ ਹੋਣਗੇ, ਉੱਥੇ ਅਗਲੇ ਨੇ ਭਜਾ ਕੇ ਥੋੜਾ ਵੇਖਣਾ, ਬੰਦੇ ਨੂੰ ਤੈਰਾ ਕੇ ਵੇਖਣਾ। ਉਹਦੇ ਲਈ ਉਹਨਾਂ ਨੇ ਪਾਣੀ ਮੁਹੱਈਆ ਕਰਨਾ। ਉਹਨਾਂ ਨੇ ਆਖਿਆ ਤੁਹਾਡਾ ਟੈਸਟ ਹੀ ਇੱਥੇ ਹੋਏਗਾ ਕਿ ਕਿੱਡੇ ਕੁ ਤੈਰਾਕੂ ਉਹ ਇੱਥੇ ਤੈਰ ਕੇ ਦੱਸੋ। ਹੁਣ ਤੁਸੀਂ ਵੇਖੋ, ਸ਼ਲੋਕ ਵਿੱਚ 2 ਸ਼ਬਦ ਨੇ, ਮਮਤਾ, ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ, ਤੇ ਅਗਲਾ ਵਰਡ ਹੈ ਕਹੋ ਨਾਨਕ ਆਪਨ ਤਰੈ। ਇਹਨਾਂ ਦੋਵਾਂ ਨੂੰ ਆਪਸ ਵਿੱਚ ਰਿਲੇਟ ਕਰਕੇ ਦੇਖਣਾ ਕਿ ਜਿਹੜੇ ਲੋਕ ਛੱਡਣ ਦੀਆਂ ਗੱਲਾਂ ਕਰ ਰਹੇ ਸਨ, ਤਜਨ ਦੀਆਂ ਗੱਲਾਂ ਕਰ ਰਹੇ ਸਨ, ਮਹਾਰਾਜ ਨੇ ਆਖਿਆ ਪ੍ਰੋਬਲਮ ਇਹ ਆਈ ਹੈ ਕਿ ਉਹਨਾਂ ਨੇ ਪਾਣੀ ਦੇ ਵਿੱਚ ਡੁੱਬਣ ਦੀਆਂ ਗੱਲਾਂ ਤਾਂ ਸੁਣੀਆਂ ਨੇ। ਪਾਣੀ ਗਹਿਰਾ ਹੁੰਦਾ ਇਹ ਤਾਂ ਉਹ ਜਾਣ ਗਏ ਨੇ। ਪਾਣੀ ਦੀਆਂ ਲਹਿਰਾਂ ਬਹੁਤ ਖਤਰਨਾਕ ਹੁੰਦੀਆਂ ਨੇ, ਆਪ ਹੁਦਰੀਆਂ ਹੁੰਦੀਆਂ ਨੇ, ਰਫ਼ਤਾਰ ਨਾਲ ਆਉਂਦੀਆਂ ਨੇ, ਭਾਵੇਂ ਕਿਨਾਰੇ ਤੇ ਵੱਜ ਕੇ ਦਮ ਤੋੜਦੇ ਨੇ, ਪਰ ਉਹ ਬਹੁਤ ਕੁਝ ਰੋੜ ਕੇ ਲੈ ਜਾਂਦੀਆਂ ਨੇ। ਇਹ ਖਤਰੇ ਤਾਂ ਉਹਨਾਂ ਦੇ ਕੰਨੇ ਪਾਏ ਨੇ, ਕਿਸੇ ਨੇ ਸੁਣੀ ਇਹ ਗੱਲ ਕਿ ਪਾਣੀ ਬਹੁਤ ਖਤਰਨਾਕ ਹੈ, ਪਿੰਡ ਦੇ ਪਿੰਡ ਰੋੜ ਦਿੰਦਾ, ਪਰ ਉਹਨਾਂ ਨੇ ਇਹ ਕੋਸ਼ਿਸ਼ ਹੀ ਨਹੀਂ ਕੀਤੀ ਕਿ ਵੀ ਤਰਨਾ ਵੀ ਤੇ ਪਏਗਾ ਨਾ। ਆਖਿਰਕਾਰ ਮਿਹਨਤ ਤੇ ਮਸ਼ੱਕਤ ਤੇ ਉਦਮ ਇਹ ਛੱਡਣ ਦੀ ਲੋੜ ਨਹੀਂ ਸੀ। ਉੱਥੇ ਕੁਝ ਦਲੇਰੀ ਦੇ ਨਾਲ ਨਾਲ ਪ੍ਰੈਕਟਿਸ ਦੀ ਲੋੜ ਸੀ। ਹੁਣ ਬੰਦਾ ਬਿਨਾਂ ਪ੍ਰੈਕਟਿਸ ਤੋਂ ਹੀ ਦਲੇਰੀ ਕਰਕੇ ਛਾਲ ਮਾਰ ਦੇ, ਉਹ ਵੀ ਚੰਗੀ ਗੱਲ ਨਹੀਂ ਹੈਗੀ। ਤਰਨਾ ਹੀ ਨਹੀਂ ਆਉਂਦਾ। ਦਲੇਰੀ ਚਾਹੀਦੀ ਹੈ, ਨਾਲ ਹਿੰਮਤ ਚਾਹੀਦੀ ਹੈ ਪਾਣੀ ਦੇ ਵਿੱਚ ਵੜਨ ਦੀ। ਉਹਦੇ ਅੰਦਰ ਚਾਹਤ ਹੋਵੇ, ਉਦਮ ਹੋਵੇ, ਕੋਸ਼ਿਸ਼ ਹੋਵੇ ਕਿ ਵੀ ਹੱਥ ਪੈਰ ਮਾਰਿਆ ਗੱਲ ਬਣ ਸਕਦੀ ਹੈ। ਇਹਨੂੰ ਛੱਡੀਏ ਨਾ। ਗੁਰੂ ਮਹਾਰਾਜ ਨੇ ਆਖਿਆ ਕਿ ਇਹ ਤਾਂ ਸੁਣ ਲਿਆ ਕਿ ਘਰ ਦੇ ਜੀ, ਕੰਮਕਾਜ, ਜ਼ਿੰਮੇਵਾਰੀਆਂ, ਇਹ ਜਿੰਨਾ ਸੰਸਾਰ ਹੈ, ਇਹ ਸਾਰਾ ਰੱਬ ਦੇ ਮਿਲਣ ਦੇ ਵਿੱਚ ਰੁਕਾਵਟ ਹੈ। ਇਹਦੇ ਵਿੱਚ ਬੰਦਾ ਗਰਕ ਜਾਂਦਾ, ਡੁੱਬ ਜਾਂਦਾ ਇਹਦੇ ਵਿੱਚ। ਇਹਨੂੰ ਛੱਡਣਾ ਹੀ ਬਿਹਤਰ ਹੈ। ਅਗਲਿਆਂ ਨੇ ਸੌਖਾ ਤਰੀਕਾ ਸਮਝਿਆ, ਛੱਡ ਹੀ ਦਵੋ ਇਹਨੂੰ। ਤਰਨ ਦੀ ਕੋਸ਼ਿਸ਼ ਵਿੱਚ ਹੀ ਨਾ ਕਿਸੇ ਨੇ ਯਤਨ ਕੀਤਾ, ਛੱਡ ਹੀ ਦਿੱਤਾ। ਔਰ ਛੱਡ ਕੇ ਕਿੱਥੇ ਗਏ? ਪਹਾੜਾਂ ਦੀਆਂ ਕੰਦਰਾਂ, ਬਿਆਬਾਨ, ਜੰਗਲਾਂ, ਦਰਖਤਾਂ ਦੇ ਥੱਲੇ ਸਮਾਧੀਆਂ ਲਾਉਣ ਲਈ ਉਹਨਾਂ ਨੇ ਗੁਫਾਵਾਂ ਬਣਾ ਲਈਆਂ, ਜਾਨਵਰਾਂ ਦੀਆਂ ਗੁਫਾਵਾਂ ਯੂਜ਼ ਕੀਤੀਆਂ। ਉਹਨਾਂ ਨੇ ਮੱਠ ਬਣਾ ਲਏ, ਤਪੱਸਿਆ ਸਥਾਨ ਬਣਾ ਲਏ, ਭੋਰੇ ਬਣਾਏ ਧਰਤੀ ਦੇ ਥੱਲੇ। ਜਿਵੇਂ ਚੂਹੇ ਖੁੱਡਾਂ ਦੇ ਵਿੱਚ ਰਹਿੰਦੇ ਨੇ, ਐਵੇਂ ਬੰਦੇ ਵੜ ਗਏ ਖੁੱਡਾਂ ਦੇ ਵਿੱਚ। ਕਿਤੇ ਪਹਾੜਾਂ ਦੀਆਂ ਕੰਦਰਾਂ ਤੇ ਅੱਖਾਂ ਬੰਦ ਕਰਕੇ ਬਹਿ ਗਏ। ਮਹਾਰਾਜ ਨੇ ਦੋਵਾਂ ਥਾਵਾਂ ਤੋਂ ਕੱਢ ਬਾੜ ਰਹੇ ਆਂਦੇ। ਮਹਾਰਾਜ ਮੱਠਾਂ ਵਿੱਚ ਵੀ ਚਲੇ ਗਏ ਤੇ ਪਰਬਤਾਂ ਦੀਆਂ ਚੋਟੀਆਂ ਤੇ ਵੀ ਜਾ ਪਹੁੰਚੇ। ਸੁਮੇਰ ਪਰਬਤ ਆਮ ਸਧਾਰਨ ਬੰਦਾ ਨਹੀਂ ਚੜ ਸਕਦਾ। ਇਸੇ ਕਰਕੇ ਉਹਨਾਂ ਨੇ ਇਹੋ ਜਿਹਾ ਇਕਾਂਤ ਵਾਸ ਲੱਭਿਆ ਕਿ ਜਿੱਥੇ ਕੋਈ ਪਰੇਸ਼ਾਨੀ ਨਹੀਂ, ਕੋਈ ਆਵਾਜਾਈ ਨਹੀਂ, ਕੋਈ ਰੁਕਾਵਟ ਨਹੀਂ, ਕੋਈ ਰੋਲਾ ਹੀ ਨਹੀਂ ਕਿਸੇ ਕਿਸਮ ਦਾ। ਜਿੰਨੀ ਮਰਜ਼ੀ ਦੁਨੀਆ 'ਚ ਹਾਹਾਕਾਰ ਮਚ ਜਾਏ, ਦੁਨੀਆ ਨੂੰ ਅੱਗ ਲੱਗ ਜਾਏ, ਉਹਨਾਂ ਤੱਕ ਸੇਕ ਨਹੀਂ ਪਹੁੰਚੇਗਾ।
ਹੁਣ ਤੁਸੀਂ ਵੇਖੋ ਬਾਬਰ ਨੇ ਕਤਲੇਆਮ ਕੀਤਾ ਅਹਿਮਦਾਬਾਦ, ਕਿੰਨੀ ਹਾਹਾਕਾਰ ਮਚੀ ਹੋਏਗੀ, ਕਿੰਨਾ ਕਤਲੇਆਮ ਹੋਇਆ ਹੋਏਗਾ, ਘਰਾਂ ਦੇ ਘਰ ਸਾੜ ਦਿੱਤੇ, ਨਗਰੀ ਪੂਰੀ ਸਾੜ ਕੇ ਰੱਖ ਦਿੱਤੀ ਅਗਲੇ ਨੇ। ਉਹਨੇ ਔਰਤਾਂ ਦੇ ਵਾਲ ਤੱਕ ਮੁੰਨ ਕੇ ਸੁੱਟ ਦਿੱਤੇ, ਔਰ ਜਿਹੜੇ ਉਹਨਾਂ ਦੇ ਪਰਿਵਾਰ ਦੇ ਜੀ ਸਨ, ਕੰਮਕਾਜ ਕਰਨ ਵਾਲੇ ਸਨ, ਅਪਾਹਜ ਕਰਕੇ ਛੱਡ ਦਿੱਤਾ, ਲੁੱਟਮਾਰ ਕੀਤੀ, ਜੇਲ੍ਹਾਂ 'ਚ ਪਾ ਦਿੱਤੇ। ਇੰਨਾ ਕੁਝ ਹੋਇਆ, ਅਗਲਿਆਂ ਦੇ ਕੰਨਾਂ ਤੱਕ ਲੋਕਾਂ ਦੀ ਚੀਕ ਨਹੀਂ ਪਹੁੰਚੀ। ਉਹਨਾਂ ਨੇ ਜਗ੍ਹਾ ਹੀ ਐਸੀ ਚੁਣੀ ਸੀ, ਜੋ ਮਰਜ਼ੀ ਹੁੰਦਾ ਰਹੇ, ਸਾਡੇ ਤੱਕ ਲੋਕਾਂ ਦੀਆਂ ਪ੍ਰੋਬਲਮ, ਉਹਨਾਂ ਦੇ ਪਰਛਾਵੇਂ ਵੀ ਨਹੀਂ ਪੈਣੇ ਚਾਹੀਦੇ। ਗੁਰੂ ਨਾਨਕ ਮਹਾਰਾਜ ਜਦੋਂ ਉਹਨਾਂ ਕੋਲ ਗਏ ਤੇ ਉਹਨਾਂ ਨਾਲ ਵਾਰਤਾਲਾਪ 'ਚ ਇਹੀ ਗੱਲਾਂ ਮਹਾਰਾਜ ਨੇ ਕੀਤੀਆਂ। ਵੇਖੋ, ਇੱਕ ਤਾਂ ਗੁਰੂ ਨਾਨਕ ਸਾਹਿਬ ਦੀ ਹੈ ਬਾਣੀ ਜੋ ਉਹਨਾਂ ਨਾਲ ਸਾਂਝੀ ਹੋਈ, ਪਰ ਮਹਾਰਾਜ ਆਮ ਗੱਲਾਂ ਵੀ ਤਾਂ ਕਰਦੇ ਹੋਣਗੇ ਨਾ। ਜੋ ਕਾਵ ਰਚਨਾ ਦੇ ਵਿੱਚ ਸਾਰੀ ਗਲਬ ਹੈ, ਉਹਨੂੰ ਵਾਰਤਾ ਦੇ ਵਿੱਚ ਲਿਖਣਾ ਹੋਵੇ, ਵਾਰਤਕ ਤੌਰ ਤੇ ਕਾਵ ਰਚਨਾ ਦੇ ਵਿੱਚ, ਪੋਇਟਰੀ ਦੇ ਵਿੱਚ, ਮਹਾਰਾਜ ਨੇ ਉਹਨੂੰ ਕੁੱਜੇ ਵਿੱਚ ਸਮੁੰਦਰ ਪਾਉਣ ਦੀ ਗੱਲ ਕੀਤੀ ਹੈ। ਥੋੜੇ ਸ਼ਬਦਾਂ 'ਚ ਸਾਨੂੰ ਗੱਲਾਂ ਜ਼ਿਆਦੀਆਂ ਦਸੀਆਂ ਸਿੱਧ ਗੋਸ਼ਟ ਬਾਣੀ ਦੇ ਵਿੱਚ। ਆਮ ਗੱਲਾਂ ਤਾਂ ਮਹਾਰਾਜ ਕਰਦੇ ਹੋਣਗੇ ਨਾ, ਸਧਾਰਨ ਬੋਲੀ ਦੇ ਵਿੱਚ ਘੰਟੇ ਬੱਧੀ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣਦੇ ਹੋਣੇ ਨੇ, ਆਪਣੀਆਂ ਗੱਲਾਂ ਕਰਦੇ ਹੋਣੇ ਨੇ। ਗੁਰੂ ਨਾਨਕ ਮਹਾਰਾਜ ਨੇ ਉਹਨਾਂ ਨੂੰ ਇਹੀ ਗੱਲ ਪੁੱਛੀ ਹੋਣੀ ਹੈ ਕਿ ਤੁਸੀਂ ਧਰਮ ਕਮਾ ਰਹੇ ਹੋ, ਧਰਮ ਦੀ ਪ੍ਰੈਕਟਿਸ ਕਰ ਰਹੇ ਹੋ, ਇਸ ਕਰਕੇ ਕਿ ਇਦਾਂ ਰੱਬ ਮਿਲਦਾ, ਇਦਾਂ ਪ੍ਰਭੂ ਮਿਲ ਜਾਂਦਾ। ਤੁਸੀਂ ਇਸ ਕਰਕੇ ਘਰ ਛੱਡਿਆ, ਪਰਿਵਾਰ, ਮਾਇਆ, ਕੰਮਕਾਜ ਇਸ ਕਰਕੇ ਛੱਡੇ ਕਿ ਤੁਹਾਨੂੰ ਲੱਗਦਾ ਕਿ ਸਾਰੇ ਰੁਕਾਵਟ ਨੇ, ਇਹ ਸਮੱਸਿਆਵਾਂ ਨੇ। ਮਹਾਰਾਜ ਨੇ ਆਖਿਆ ਕਿ ਇਹ ਪਹਿਲਾਂ ਸਮਝਣ ਦੀ ਖੇਚਲ ਕਰਦੇ ਕਿ ਰੱਬ ਕੀ ਹੈ। ਤੁਹਾਨੂੰ ਇੱਥੇ ਆ ਕੇ ਲੱਭਣਾ ਨਾ ਪੈਂਦਾ ਰੱਬ। ਤੁਸੀਂ ਰੱਬ ਦੀ ਗੱਲ ਹੀ ਨਾ ਜਾਣੀ, ਰੱਬ ਦਾ ਹੁਕਮ ਹੀ ਨਾ ਸਮਝਿਆ, ਰੱਬ ਪਰਮੇਸ਼ਵਰ ਵਾਹਿਗੁਰੂ ਵਸਦਾ ਕਿੱਥੇ ਹੈ, ਇਹਦੇ ਵਾਸਤੇ ਖੇਚਲ ਹੀ ਨਹੀਂ ਕੀਤੀ। ਤੁਸੀਂ ਦਿਮਾਗ ਘਸਾਇਆ ਹੀ ਨਹੀਂ, ਮਗਜਮਾਰੀ ਕੀਤੀ ਨਹੀਂ ਕਿਸੇ ਨੇ, ਬਸ ਸੌਖਾ ਤਰੀਕਾ ਸੀ ਛੱਡਣਾ। ਤਜੈ ਗ੍ਰਸਤ ਭਇਆ ਬਨਵਾਸੀ। ਮਹਾਰਾਜ ਕਹਿੰਦੇ ਕੀ ਹੋਇਆ, ਇੱਕ ਖਿਨ ਮਨੂਆ ਟਿਕੇ ਨਾ ਟਿਕਈਆ। ਕੀ ਤੁਹਾਡਾ ਇੱਥੇ ਆ ਕੇ ਮਨ ਟਿਕ ਗਿਆ? ਇਹ ਗਰੰਟੀ ਹੈ ਕਿ ਮਟੀਰੀਅਲ ਨੂੰ ਛੱਡਣ ਦੇ ਬਾਅਦ ਮਨ ਟਿਕ ਜਾਂਦਾ ਬੰਦੇ ਦਾ? ਇਹ ਗਰੰਟੀ ਹੈ ਕੁਝ? ਮਹਾਰਾਜ ਕਹਿੰਦੇ ਨੇ ਮਟੀਰੀਅਲ 'ਚ ਹੀ ਰਹਿ ਕੇ ਮਨ ਟਿਕਾਉਣ ਦੀ ਗੱਲ ਕਰੋ, ਛੱਡਣੀ ਨਹੀਂ। ਇਹ ਤਿਆਗਣ ਵਾਲੀ ਚੀਜ਼ ਥੋੜਾ। ਮਹਾਰਾਜ ਕਹਿੰਦੇ ਨੇ ਤੁਸੀਂ ਜਦੋਂ ਘਰ-ਬਾਰ ਛੱਡਿਆ ਨਾ, ਲੋਕੀ ਤੁਹਾਨੂੰ ਪੂਜਨੀਕ ਮੰਨਦੇ ਨੇ। ਸਿੱਧ ਕੌਣ ਹੁੰਦੇ ਨੇ? ਹਿੰਦੂ ਮਤ ਦੇ ਵਿੱਚੋਂ ਦੀ ਜਿਨ੍ਹਾਂ ਨੇ ਯੋਗ ਮਤ ਜੁਆਇਨ ਕੀਤਾ, ਸਵਾਵਾਂ ਮਲੀਆਂ, ਮੁੰਦਰਾਂ ਪਾਈਆਂ, ਯੋਗ ਦੀ ਪ੍ਰੈਕਟਿਸ ਕਰ ਕਰਕੇ ਜਿਹੜੇ ਪੁੱਗੇ ਹੋਏ ਜੋਗੀ ਹੁੰਦੇ ਸਨ ਨਾ, ਉਹਨਾਂ ਨੂੰ ਸਿੱਧ ਕਿਹਾ ਜਾਂਦਾ ਸੀ। ਸਿੱਧ ਦਾ ਅਰਥ ਹੁੰਦਾ ਸਿੱਧੀ, ਪ੍ਰਾਪਤੀ। ਇਹਨੂੰ ਪ੍ਰਾਪਤੀ ਹੋ ਗਈ ਹੈ, ਇਹ ਸਕਸੈਸ ਹੈ। ਇਹਨੇ ਜਿਹੜੀ ਪ੍ਰੈਕਟਿਸ ਕੀਤੀ ਹੈ ਉਹਦੇ 'ਚ ਸਫਲ ਹੋ ਗਿਆ। ਉਹਦੇ ਤੋਂ ਪਤਾ ਲੱਗਦਾ ਸੀ ਕਿ ਇਹ ਸਿੱਧ ਹੈ। ਔਰ ਉਹਨਾਂ ਦੇ ਫਿਰ ਕੁਝ ਗਰੁੱਪ ਬਣੇ ਹੋਏ ਸਨ। ਜਪਜੀ ਸਾਹਿਬ ਦੇ ਵਿੱਚ ਮਹਾਰਾਜ ਨੇ ਇਹ ਵਾਰਤਾ ਦੱਸੀ ਹੋਈ ਹੈ ਸਾਨੂੰ। ਮੁੰਦਾ ਸੰਤੋਖ ਸ਼ਰਮ ਪਰ ਝੋਲੀ ਜੋਗ ਮਤ ਬਾਰੇ, ਭੁਗਤ ਗਿਆਨ ਦਇਆ ਭੰਡਾਰਨ ਘਟ ਵਾਜੇ ਨਾਦ ਜੋਗ ਮਤ ਬਾਰੇ। ਇੱਕ ਪੰਕਤੀ ਆਉਂਦੀ ਮਹਾਰਾਜ ਦੀ, ਮਹਾਰਾਜ ਕਹਿੰਦੇ ਨੇ ਕਿ ਜਿਹੜਾ ਜੋਗ ਮਤ ਦੇ ਵਿੱਚ, ਕਿਉਂਕਿ 12 ਫਿਰਕੇ ਸਨ, 12 ਫਿਰਕੇ ਨੇ ਉਹਨਾਂ ਦੇ। ਔਰ ਜਪਜੀ ਦੇ ਵਿੱਚ ਵੇਖੋ ਕੰਪੈਰੀਜ਼ਨ ਸਟੱਡੀ ਵੀ ਸਾਨੂੰ ਮਿਲ ਜਾਂਦੀ ਹੈ, ਉਸ ਵੇਲੇ ਕੀ ਚੱਲਦਾ ਸੀ ਦੁਨੀਆ ਦੇ ਵਿੱਚ। ਮਹਾਰਾਜ ਨੇ ਆਖਿਆ ਕਿ ਅਸਲ ਦੇ ਵਿੱਚ ਜਿਹਨੂੰ ਤੁਸੀਂ ਸੁਪਰੀਮ ਇਹ 12 ਫਿਰਕਿਆਂ ਦੇ ਵਿੱਚੋਂ ਇੱਕ ਫਿਰਕਾ ਮੰਨਦੇ ਹੋ ਨਾ, ਇੱਕ ਫਿਰਕਾ ਮੰਨਦੇ ਹੋ, ਉਹਨੂੰ ਕਹਿੰਦੇ ਨੇ ਆਈ ਪੰਥੀ। ਉਹਦਾ ਨਾਮ ਹੈ ਆਈ ਪੰਥੀ। 12 ਫਿਰਕਿਆਂ ਦੇ ਵਿੱਚੋਂ ਆਈ ਪੰਥੀ ਦੇ ਵਿੱਚ ਜਿਹੜਾ ਚਲਾ ਗਿਆ ਨਾ, ਉਹ ਇੰਨਾ ਪੂਜਨੀਕ, ਇੰਨਾ ਰਿਸਪੈਕਟਡ ਤੌਰ ਤੇ ਮੰਨਿਆ ਜਾਂਦਾ ਕਿ ਉਹਦੀ ਲੋਕ ਘਰ ਘਰ ਦੇ ਵਿੱਚ ਪੂਜਾ ਕਰਦੇ ਨੇ, ਉਹਦੇ ਚਰਨ ਪਵਾਉਂਦੇ ਨੇ ਆਪਣੇ ਘਰ। ਮਹਾਰਾਜ ਕਹਿੰਦੇ ਨੇ ਮੇਰੀ ਨਿਗਾਹ ਦੇ ਵਿੱਚ ਆਈ ਪੰਥੀ ਪਤਾ ਕੌਣ ਹੈ? ਆਈ ਪੰਥੀ ਕਿੰਨੇ ਜੁਆਇਨ ਕੀਤੀ ਹੋਈ ਹੈ? ਆਈ ਪੰਥੀ ਸਗਲ ਜਮਾਤੀ। ਸਾਰੇ ਲੋਕਾਂ ਨੂੰ ਇੱਕ ਜਮਾਤ ਦਾ ਸਮਝਣਾ, ਇਕੁਅਲ ਸਮਝਣਾ, ਇਹ ਆਈ ਪੰਥੀ ਜੁਆਇਨ ਕਰਨਾ ਹੈ, ਜਿਹਦੇ ਵਿੱਚ ਵਿਤਕਰੇ ਖਤਮ ਹੋ ਜਾਣ, ਜਿਹਦੇ ਵਿੱਚ ਪਾਰਟੀਸ਼ਨ ਮੁੱਕ ਜਾਏ, ਜਿਹਦੇ ਵਿੱਚ ਗਰੁੱਪਬਾਜ਼ੀ ਮੁੱਕ ਜਾਏ ਕਿ ਆ ਉੱਚਾ ਹੈ ਤੇ ਅੱਜ ਤੋਂ ਥੱਲਾ ਹੈ, ਆ ਸਾਰਿਆਂ ਤੋਂ ਥੱਲਾ ਹੈ। ਜਦੋਂ ਇਹ ਕੈਟਾਗਰੀਆਂ ਮੁੱਕ ਜਾਣਗੀਆਂ, ਵਰਣ ਮੁੱਕ ਜਾਏਗੀ, ਸਾਰੇ ਇਕੁਅਲ ਜੇ ਹੋ ਜਾਣਗੇ, ਬਰਾਬਰ ਹੋ ਜਾਣਗੇ, ਮਹਾਰਾਜ ਕਹਿੰਦੇ ਨੇ ਆਈ ਪੰਥੀ ਹੋ ਜਾਓਗੇ। ਤੁਸੀਂ ਸਮਝੋ ਅਸੀਂ ਆਈ ਪੰਥੀ ਨੂੰ ਜੀ ਰਹੇ ਹਾਂ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ
ਜਗ ਜੀਤ। ਮਨ ਨੂੰ ਜਿੱਤਣਾ ਹੀ ਜਗਤ ਨੂੰ ਜਿੱਤਣਾ ਹੈ ਅਸਲ ਦੇ ਵਿੱਚ। ਹੁਣ ਇੱਥੇ ਜਿੱਤਣ ਦਾ ਅਰਥ ਕੋਈ ਰਾਜ ਨਹੀਂ ਹੈ ਕਿ ਤੁਸੀਂ ਕੋਈ MLA ਬਣਨਾ ਹੋਵੇ ਤੇ ਮਨ ਨੂੰ ਜਿੱਤ ਲਓ, MLA ਬਣ ਜਾਓਗੇ, ਕੱਲ ਪ੍ਰਾਈਮ ਮਿਨਿਸਟਰ ਬਣ ਜਾਓਗੇ, ਫਿਰ ਦੁਨੀਆ 'ਚ ਰਾਜ ਕਰ ਲੋਗੇ। ਇੱਦਾਂ ਨਹੀਂ। ਮਨ ਜੀਤੇ ਜਗਜੀਤ ਦਾ ਭਾਵ ਹੈ ਜਿਨਨੇ ਮਨ ਦੀਆਂ ਵਾਸ਼ਨਾਵਾਂ ਨੂੰ, ਇੱਛਾਵਾਂ ਨੂੰ ਕੰਟਰੋਲ ਕਰ ਲਿਆ। ਹੁਣ ਸਾਰੀ ਦੁਨੀਆ ਵੀ ਜ਼ੋਰ ਲਾ ਲੇ ਨਾ, ਕੁੱਲ ਕਰੰਸੀ ਇਕੱਠੀ ਕਰ ਲੇ ਵਰਲਡ ਦੀ, ਉਹ ਬੰਦਾ ਜਿੱਤਿਆ ਨਹੀਂ ਜਾਣਾ ਉਹਨਾਂ ਕੋਲੋਂ। ਲੋਕ ਹਾਰ ਜਾਣਗੇ, ਉਹ ਬੰਦਾ ਜੇਤੂ ਹੋਏਗਾ, ਉਹ ਬੰਦਾ ਜਿੱਤ ਚੁੱਕਾ ਹੋਏਗਾ, ਕਿਉਂਕਿ ਉਹਨੇ ਆਪਣੇ ਅੰਦਰ ਵਾਸ਼ਨਾ, ਲੋਭ, ਇਹ ਸਾਰੀਆਂ ਚੀਜ਼ਾਂ ਨੂੰ ਸੰਜਮ 'ਚ ਲੈਣ ਦਾ, ਕੰਟਰੋਲ ਵਿੱਚ ਲੈਣ ਦਾ, ਖੁੱਲ੍ਹ ਨਹੀਂ। ਜਦੋਂ ਬੰਦਾ ਸੰਜਮੀ ਨਹੀਂ ਨਾ ਬਣਦਾ, ਜਦੋਂ ਬੰਦਾ ਕੰਟਰੋਲ ਨਹੀਂ ਕਰ ਪਾਉਂਦਾ ਇੱਛਾਵਾਂ ਤੇ ਲੋਭ ਨੂੰ, ਉਹ ਵਿਕਦਾ, ਉਹਦਾ ਰੇਟ ਪੈਂਦਾ ਹੈ, ਮੰਡੀਆਂ ਲੱਗਦੀਆਂ ਨੇ, ਬੋਲੀਆਂ ਬੋਲੀਆਂ ਜਾਂਦੀਆਂ ਨੇ, ਬੰਦੇ ਵਿਕ ਜਾਂਦੇ ਨੇ। ਮਹਾਰਾਜ ਨੇ ਆਖਿਆ ਇਹਦਾ ਕਾਰਨ ਸਿਰਫ ਇਹ ਹੁੰਦਾ, ਮਨ ਦੀਆਂ ਵਾਸ਼ਨਾਵਾਂ ਦੀ ਕਹਾਣੀ ਨਾ ਸਮਝੀ, ਨਾ ਪ੍ਰੈਕਟਿਸ ਕੀਤੀ ਗਈ। ਬਾਹਰੀ ਤੌਰ ਤੇ ਛੱਡਣ ਦੀਆਂ ਬਹੁਤ ਗੱਲਾਂ ਤੁਰਦੀਆਂ ਨੇ। ਕਬੀਰ ਸਾਹਿਬ ਕਹਿੰਦੇ ਨੇ ਮਾਇਆ ਤਜੀ ਤੋਂ ਕਿਆ ਭਇਆ। ਬਈ ਤੁਸੀਂ ਫਿਜ਼ੀਕਲੀ ਕੁਝ ਛੱਡਿਆ ਤੇ ਕੀ ਹੋ ਗਿਆ? ਜੋ ਮਾਨ ਤਜਿਆ ਨਹੀਂ ਜਾਏ। ਹੁਣ ਅਗਲੇ ਕਹਿੰਦੇ ਸਨ ਅਸੀਂ ਘਰ ਛੱਡ ਆਏ ਆ, ਅਸੀਂ ਆਪਣੀਆਂ ਸਹੂਲਤਾਂ ਛੱਡ ਆਏ। ਇਹ ਕਹਿਣਾ ਵੀ ਮਹਾਰਾਜ ਕਹਿੰਦੇ ਨੇ ਤੁਸੀਂ ਅਜੇ ਛੱਡਿਆ ਨਹੀਂ ਹੈ ਕੁਝ। ਤੁਸੀਂ ਮਾਇਆ ਛੱਡਣ ਦਾ ਵਰਡ ਵੀ ਲੋਕਾਂ ਨੂੰ ਅਗਰ ਕਹੋਗੇ ਨਾ, ਉਹ ਦਾਵਾ ਵੀ ਭਰੋਗੇ। ਮਾਇਆ ਤਜੀ ਤੋਂ ਕਿਆ ਪਿਆ ਜੋ ਮਾਂ ਤਜਿਆ ਨਹੀਂ ਜਾਏ। ਕਿਉਂਕਿ ਛੱਡਣ ਦਾ ਮਾਣ ਵੀ ਤਾਂ ਬੰਦਾ ਲੈਣਾ ਚਾਹੁੰਦਾ ਨਾ, ਕ੍ਰੈਡਿਟ ਕਾਹਦਾ ਹੋ ਰਿਹਾ? ਉਹ ਇਹ ਕ੍ਰੈਡਿਟ ਗਵਾਉਣਾ ਨਹੀਂ ਚਾਹੁੰਦਾ। ਹੁਣ ਵੇਖੋ ਮਹਾਤਮਾ ਬੁੱਧ ਜੀ ਬੜੇ ਰਿਸਪੈਕਟਡ ਹੋਏ ਨੇ, ਬੜਾ ਕੁਝ ਉਹਨਾਂ ਨੇ ਸਮਾਜ ਨੂੰ ਦਿੱਤਾ ਵੀ ਹੈ। ਮਹਾਤਮਾ ਬੁੱਧ ਜੀ ਤਕਰੀਬਨ ਭਾਰਤੀ ਰੂੜੀਵਾਦੀ ਦੇ ਖਿਲਾਫ ਸਨ। ਸਭ ਤੋਂ ਵੱਧ ਬੁੱਤ ਪ੍ਰਸਤੀ ਬਾਰੇ ਅਗਰ ਕਿਸੇ ਨੇ ਕੰਮ ਕੀਤਾ ਤੇ ਮਹਾਤਮਾ ਬੁੱਧ ਜੀ ਨੇ ਕੀਤਾ। ਭਾਵੇਂ ਕਿ ਅੱਜ ਮਹਾਤਮਾ ਬੁੱਧ ਦੇ ਅਨੁਯਾਈ ਉਹਨਾਂ ਦੇ ਵੀ ਬੁੱਤ ਬਣਾ ਕੇ, ਮੰਦਿਰ ਬਣਾ ਕੇ ਆਰਤੀਆਂ ਕਰਦੇ ਨੇ। ਮੈਨੂੰ ਜਾਣ ਦਾ ਮੌਕਾ ਮਿਲਿਆ ਸੀ, ਕੈਲੀਫੋਰਨੀਆ ਦੇ ਵਿੱਚ ਹੀ ਇੱਕ ਮੰਦਿਰ ਹੈ ਬੜਾ ਵੱਡਾ ਬੁੱਧੀਆਂ ਦਾ, ਪਹਾੜਾਂ ਤੇ ਬਣਿਆ ਹੋਇਆ, ਇਤਿਹਾਸਕ ਜਿਹਾ ਜਾਪਦਾ ਹੈ, ਬਹੁਤ ਵੱਡਾ ਮੰਦਿਰ। ਪ੍ਰਚਾਰ ਦੌਰੇ ਦੌਰਾਨ ਪ੍ਰਬੰਧਕ ਵੀਰ ਲੈ ਕੇ ਗਏ, ਉੱਥੇ ਦੇਖਿਆ ਕਿ ਉਹਨਾਂ ਨੇ ਕਿੰਨੀਆਂ ਵੱਡੀਆਂ ਮੂਰਤਾਂ ਅੰਦਰ ਟਿਕਾਈਆਂ ਹੋਈਆਂ ਨੇ, ਉੱਚੀਆਂ ਮੂਰਤਾਂ ਲਾਈਆਂ ਹੋਈਆਂ ਨੇ ਅਗਲਿਆਂ ਨੇ। ਔਰ ਉਹਨਾਂ ਦੇ ਅਨੁਯਾਈ ਬਾਹਰੋਂ ਮੋਮਬੱਤੀਆਂ ਖਰੀਦਦੇ ਨੇ, ਅੰਦਰ ਜਾ ਕੇ ਆਰਤੀਆਂ ਕਰਦੇ ਨੇ। ਹੁਣ ਤੁਸੀਂ ਵੇਖੋ, ਇੱਕ ਵੱਡਾ ਅਜਗਰ ਉਹਨਾਂ ਨੂੰ ਨਿਗਲ ਗਿਆ। ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਅਸੀਂ ਬੁੱਧ ਮਤ ਜੁਆਇਨ ਕਿਵੇਂ ਕਰਨਾ ਸੀ, ਬੋਧੀ ਬਣਨਾ ਕਿਵੇਂ ਸੀ, ਮਹਾਤਮਾ ਬੁੱਧ ਦੀ ਸੋਚ ਕੀ ਕਹਿੰਦੀ ਸੀ, ਉਹਦੀ ਆਈਡੀਓਲੋਜੀ ਕੀ ਸੀ। ਮੁੱਕ ਗਈ ਹੁਣ ਗੱਲ। ਮੂਰਤਾਂ ਬਣਾ ਕੇ ਅਗਲੇ ਪੂਜ ਰਹੇ, ਜਿਹੜਾ ਸਾਰਿਆਂ ਤੋਂ ਵੱਧ ਮੂਰਤਾਂ ਦੇ ਖਿਲਾਫ ਬੋਲਿਆ, ਸਭ ਤੋਂ ਵੱਧ ਜਿਹਨੇ ਬੁੱਤ ਪ੍ਰਸਤੀ ਦੇ ਖਿਲਾਫ ਭਾਰਤ ਦੇ ਖਿੱਤੇ ਵਿੱਚ ਆਵਾਜ਼ ਚੁੱਕੀ, ਉਹਦੇ ਹੀ ਬੁੱਤ ਬਣਾਤੇ ਵੱਡੇ ਅਗਲਿਆਂ ਨੇ, ਜਿਵੇਂ ਸਾਡੇ ਬਣ ਗਏ। ਤੁਸੀਂ ਵੇਖੋ ਭਗਤਾਂ ਨੇ ਬੁੱਤਾਂ ਦੇ ਬਾਰੇ ਬਹੁਤ ਕੁਝ ਬੋਲਿਆ। ਪਾਥਰ ਲੈ ਪੂਜੇ ਮੁਗਧ ਗਵਾਰ, ਮੂਰਖ ਆਖਿਆ ਉਹਨਾਂ ਨੂੰ, ਉਹ ਜਾਪ ਡੁੱਬੇ ਤੁਮਕਾਂ ਤਾਰਨ ਹਾਰ। ਤੇ ਅੱਜ ਕੀ ਭਗਤਾਂ ਦੇ ਬੁੱਤ ਨਹੀਂ ਬਣਾਏ ਅਗਲਿਆਂ ਨੇ? ਭਗਤ ਰਵਿਦਾਸ ਜੀ ਦੇ ਮੰਦਿਰ ਤੇ ਬੁੱਤ ਮਿਲ ਜਾਣਗੇ ਤੁਹਾਨੂੰ, ਭਗਤ ਕਬੀਰ ਸਾਹਿਬ ਦੇ ਮੰਦਿਰ ਤੇ ਉਹਨਾਂ ਦੇ ਬੁੱਤ ਮਿਲ ਜਾਣਗੇ। ਗੁਰੂ ਨਾਨਕ ਸਾਹਿਬ ਦੀਆਂ ਵੱਡੀਆਂ ਮੂਰਤਾਂ ਆ ਚੁੱਕੀਆਂ ਨੇ ਮਾਰਕੀਟ ਦੇ ਵਿੱਚ। ਕਾਰਾਂ ਦੇ ਵਿੱਚ ਨਿੱਕੀਆਂ ਰੱਖੀਆਂ ਹੋਈਆਂ, ਆਪਾਂ ਗੱਡੀਆਂ ਦੇ ਵਿੱਚ, ਘਰਾਂ ਦੇ ਵਿੱਚ ਮੰਦਿਰ ਬਣ ਚੁੱਕੇ ਨੇ, ਦੁਕਾਨਾਂ ਤੇ ਤਕਰੀਬਨ ਰੱਖੇ ਹੋਏ ਨੇ। ਚਾਈਨੀਜ਼ ਲੋਕਾਂ ਨੇ ਬਕਾਇਦਾ ਗੁਰੂ ਨਾਨਕ ਸਾਹਿਬ ਦੀਆਂ ਵਧੀਆ ਮੂਰਤਾਂ ਕੱਢ ਕੇ ਬੜਾ ਵੱਡਾ ਵਪਾਰ ਕੀਤਾ ਹੈ। ਦਰਬਾਰ ਸਾਹਿਬ ਦੇ ਇਰਦ ਗਿਰਦ ਦੁਕਾਨਾਂ ਤੇ ਤੁਹਾਨੂੰ ਮੂਰਤਾਂ ਮਿਲ ਜਾਣਗੀਆਂ ਬਾਬੇ ਨਾਨਕ ਦੀਆਂ। ਜੋ ਬੋਧੀਆਂ ਨਾਲ ਹੋਇਆ ਸਾਡੇ ਨਾਲ ਵੀ ਉਹ ਕੁਝ ਹੀ ਹੈ। ਕਿਉਂਕਿ ਅਸੀਂ ਇਹ ਨਹੀਂ ਪੜ੍ਹਿਆ ਕਿ ਬਾਬੇ ਨਾਨਕ ਦੀ ਫਿਲਾਸਫੀ ਕੀ ਕਹਿੰਦੀ ਹੈ। ਗੁਰੂ ਨਾਨਕ ਸਾਹਿਬ ਕਿਸ ਅਕਾਲ ਪੁਰਖ ਵਾਹਿਗੁਰੂ ਦੇ ਸੰਬੰਧਿਤ ਗੱਲਾਂ ਸਾਨੂੰ ਦੱਸ ਰਹੇ ਸਨ। ਸਰਗੁਣ ਨਿਰਗੁਣ ਨਿਰੰਕਾਰ। ਉਹ ਤਾਂ ਕਹਿ ਰਹੇ ਸਨ ਰੂਪ ਨਾ ਰੇਖ ਨਾ ਰੰਗ ਕਿਛ। ਉਹ ਤਾਂ ਕਹਿ ਰਹੇ ਸਨ ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ। ਉਹ ਤਾਂ ਕਹਿ ਰਹੇ ਸਨ ਸਹਿ ਭੰਗ, ਸਵੈਮ ਤੋਂ ਬਣਿਆ ਹੈ ਪਰਮੇਸ਼ਵਰ, ਉਹਨੂੰ ਬਣਾ ਨਹੀਂ ਕੋਈ ਸਕਦਾ। ਕੋਈ ਦੁਨੀਆ ਦੀ ਹਥੌੜੀ ਛੈਣੀ ਨਹੀਂ ਬਣੀ ਜਿਹੜੀ ਰੱਬ ਨੂੰ ਘੜ ਸਕਦੀ ਹੈ। ਇਹ ਸਮੱਸਿਆਵਾਂ ਉਦੋਂ ਕ੍ਰੀਏਟ ਹੁੰਦੀਆਂ ਨੇ ਜਦੋਂ ਅਸੀਂ ਉਹਨਾਂ ਦੇ ਤਜਰਬੇ ਤੋਂ ਮੂੰਹ ਮੋੜ ਲੈਂਦੇ ਹਾਂ। ਉਹਨਾਂ ਦਾ ਤਜਰਬਾ ਹੀ ਤਾਂ ਹੈ ਗੁਰੂ ਗ੍ਰੰਥ ਸਾਹਿਬ।
ਸਾਰਾ ਤਜਰਬਾ ਹੀ ਤਾਂ ਲਿਖ ਦਿੱਤਾ ਉਹਨਾਂ ਨੇ ਅੰਕਾਂ ਦੇ ਉੱਤੇ, ਪਰ ਕਿਹਦੇ ਕੋਲ ਟਾਈਮ ਹੈ? ਕੌਣ ਪੜ੍ਹੇ, ਕੌਣ ਦੀਰਘਤਾ ਵਿਖਾਏ, ਕੌਣ ਸੀਰੀਅਸ ਹੋਵੇ? ਸੌਖਾ ਕੰਮ ਹੈ, ਸਰਲ ਹੈ। ਧਰਮ ਰੈਡੀਮੇਡ ਚਾਹੀਦਾ ਹੈ। ਧਰਮ ਉਹ ਚਾਹੀਦਾ ਜਿਹੜਾ ਸਾਨੂੰ ਕੁਝ ਕਰਨ ਨੂੰ ਨਾ ਕਹੇ। ਧਰਮ ਉਹ ਚਾਹੀਦਾ ਜਿਹੜਾ ਸਾਡੀਆਂ ਇੱਛਾਵਾਂ, ਸਾਡੀਆਂ ਮਨੋਤਾਂ ਦੇ ਉੱਤੇ ਕੁਐਸਚਨ ਮਾਰਕ ਨਾ ਲਾਵੇ। ਧਰਮ ਉਹ ਚਾਹੀਦਾ ਹੈ, ਰੱਬ ਉਦਾਂ ਦਾ ਚਾਹੀਦਾ ਹੈ, ਗੁਰੂ ਉਦਾਂ ਦਾ ਚਾਹੀਦਾ ਜਿਹੜਾ ਟੋਕਾ ਟਾਕੀ ਨਾ ਕਰੇ, ਸਾਨੂੰ ਕੁਝ ਮਾੜੀਆਂ ਆਦਤਾਂ ਛੱਡਣ ਤੇ ਚੰਗੇ ਗੁਣ ਅਪਣਾਉਣ ਵਾਸਤੇ ਪ੍ਰੇਰਣਾ ਨਾ ਦੇਵੇ, ਕੁਝ ਨਾ ਕਵੇ। ਬਸ ਸਾਨੂੰ ਬੁੱਤ ਚਾਹੀਦੇ ਨੇ ਜਿਹੜੇ ਬੋਲਦੇ ਨਹੀਂ ਹੈਗੇ। ਸਾਨੂੰ ਪੱਥਰ ਤੇ ਮੂਰਤਾਂ ਚਾਹੀਦੀਆਂ ਨੇ ਜਿਹੜੀਆਂ ਚੁੱਪ ਰਹਿਣ ਤੇ ਸਾਡੀਆਂ ਹੀ ਸੁਣਨ। ਬਸ ਲੋਕ ਬੁੱਤਾਂ ਨੂੰ ਸੁਣਾਉਂਦੇ ਨੇ ਆਪਣੀ ਕਹਾਣੀ, ਉਹਨਾਂ ਦੀ ਕੌਣ ਸੁਣਦਾ? ਕਿਉਂਕਿ ਬੋਲ ਨਹੀਂ ਨਾ ਸਕਦੇ। ਨਾ ਪਾਥਰ ਬੋਲੇ ਨਾ ਕਿਛ ਦੇ। ਪਰ ਸਾਨੂੰ ਪਤਾ ਮਹਾਰਾਜ ਨੇ ਕਿਹਨੂੰ ਸਤਿਗੁਰੂ ਗੁਰੂ ਕਹਿ ਕੇ ਨਿਵਾਜੇ ਦਿੱਤਾ। ਮਹਾਰਾਜ ਕਹਿੰਦੇ ਨੇ ਸਤਿਗੁਰ ਮੇਰਾ ਸਦ ਬੋਲੰਤਾ, ਸਰਬ ਜੀਆਂ ਕੋ ਪ੍ਰਭਦਾਨ ਦੇਤਾ। ਉਹ ਤਾਂ ਬੋਲਦਾ ਹੈ, ਉਹ ਤਾਂ ਬੋਲਦਾ, ਉਹ ਤਾਂ ਗੱਲਾਂ ਕਰਦਾ ਸਾਡੇ ਨਾਲ, ਪਰ ਸਾਡੇ ਕੋਲ ਵੇਲ ਨਹੀਂ ਨਾ ਉਹਦੀ ਆਵਾਜ਼ ਸੁਣਨ ਵਾਸਤੇ ਵੀ। ਭੱਟਾਂ ਨੇ ਇਦਾਂ ਨਹੀਂ ਆਖਿਆ, ਉਹ ਕਹਿੰਦੇ ਜਦੋਂ ਅਸੀਂ ਆਵਾਜ਼ ਸੁਣੀ ਨਾ ਗੁਰੂ ਦੀ, ਕੰਨਾਂ 'ਚ ਪਾਈ ਤੇ ਲਾਈਫ ਬਦਲ ਦਿੱਤੀ ਗੁਰੂ ਨੇ ਸਾਡੀ। ਕੱਚੋ ਕੰਚਨ ਭਇਓ ਸ਼ਬਦ ਗੁਰ ਸ਼ਰਵਣੇ ਸੁਣਿਓ। ਕੰਨਾਂ ਨਾਲ ਆਵਾਜ਼ ਸੁਣੀ ਗੁਰੂ ਮਹਾਰਾਜ ਦੀ। ਗੁਰੂ ਕਹਿੰਦਾ ਕੀ ਹੈ, ਗੁਰੂ ਦੱਸ ਕੀ ਰਿਹਾ ਹੈ, ਗੁਰੂ ਸਾਡੇ ਜੀਵਨ ਨੂੰ ਚੰਗਾ ਤੇ ਬਿਹਤਰ ਬਣਾਉਣ ਦੀਆਂ ਕਿਹੜੀਆਂ ਸਿੱਖਿਆਵਾਂ ਕੋਲ ਸਾਂਭੀ ਬੈਠਾ ਹੈ। ਗੁਰੂ ਮਹਾਰਾਜ ਨੇ ਇਸ ਮੁਬਾਰਕ ਸਲੋਕ ਵਿੱਚ ਆਖਿਆ, ਸਮੱਸਿਆ ਸਮਾਜ ਦੀਆਂ ਉਦੋਂ ਵੱਧਦੀਆਂ ਨੇ ਜਦੋਂ ਧਾਰਮਿਕ ਅਖਵਾਉਣ ਵਾਲੇ, ਪੂਜਨੀਕ, ਰਿਸਪੈਕਟਡ ਅਖਵਾਉਣ ਵਾਲੇ ਲੋਕਾਂ ਨੂੰ ਹੀ ਧਰਮ ਬਾਰੇ ਨਾ ਪਤਾ ਹੋਵੇ। ਉਹ ਬਾਹਰੀ ਤੌਰ ਤੇ ਬੜੇ ਦਾਅਵੇ ਕਰਨਗੇ ਤੁਹਾਡੇ ਸਾਹਮਣੇ, ਬਹੁਤ ਕੁਝ ਛੱਡਣ ਦੀਆਂ ਗੱਲਾਂ ਕਰਨਗੇ, ਪਰ ਮਹਾਰਾਜ ਕਹਿੰਦੇ ਨੇ ਛੱਡਿਆ ਫਿਰ ਵੀ ਨਹੀਂ ਜਾਣਾ ਉਹਨਾਂ ਦੇ ਕੋਲੋਂ। ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੇ ਕੋ ਖਾਏ। ਮਸਲਾ ਤੇ ਮਾਨ ਛੱਡਣ ਦਾ ਹੈ, ਉਹਦਾ ਭਾਰ ਸਿਰ ਤੇ ਬੰਦਾ ਚੁੱਕੀ ਫਿਰਦਾ। ਆ ਤੁਸੀਂ ਪੰਜਾਬ 'ਚ ਵੇਖ ਲਓ, ਬੇਉੜਕ ਸੰਤ ਬ੍ਰਹਮ ਗਿਆਨੀ ਤੁਰੇ ਫਿਰਦੇ ਨੇ, ਸਾਰੇ ਕਹਿੰਦੇ ਨੇ ਅਸੀਂ ਘਰ ਛੱਡ ਆਏ ਹਾਂ, ਅਸੀਂ ਆਹ ਛੱਡ ਆਏ ਹਾਂ। ਜਿਹੜੀ ਮੈਂ ਬੇਨਤੀ ਕਰ ਰਿਹਾ ਸੀ, ਮਹਾਤਮਾ ਬੁੱਧ, ਉਹਨਾਂ ਨੇ ਵੀ ਆਪਣੇ ਬੱਚੇ, ਆਪਣੇ ਪਰਿਵਾਰ ਅੱਧੀ ਰਾਤ ਸੁੱਤੇ ਪਿਆ ਛੱਡ ਕੇ ਉਹ ਚਲੇ ਗਏ ਸਨ। ਅਜੇ ਰਾਜਿਆਂ ਦੇ ਘਰ ਜੰਮਣ ਵਾਲੇ ਸਨ ਮਹਾਤਮਾ ਜੀ। ਔਰ ਹੈਰਾਨ ਹੋ ਜਾਓਗੇ ਹਿਸਟਰੀ ਪੜ੍ਹ ਕੇ, ਮਹਾਤਮਾ ਬੁੱਧ ਦਾ ਅਨੁਯਾਈ ਪਤਾ ਕੌਣ ਬਣਿਆ? ਸਮਰਾਟ ਅਸ਼ੋਕ। ਅੱਜ ਵੀ ਵੱਡੀਆਂ ਵੱਡੀਆਂ ਯਾਦਗਾਰਾਂ ਬੜੀਆਂ ਹੋਈਆਂ ਨੇ ਬਿਹਾਰ ਵਾਲੇ ਪਾਸੇ, ਪਟਨੇ, ਪਾਟਲੀ ਪੁੱਤਰ ਕਿਹਾ ਜਾਂਦਾ ਸੀ ਉਹਨੂੰ। ਬੜੀਆਂ ਵੱਡੀਆਂ ਵੱਡੀਆਂ ਯਾਦਗਾਰਾਂ ਸਨ, ਖਤਮ ਕਰਤੀਆਂ ਅਗਲਿਆਂ ਨੇ। ਔਰ ਦੁਨੀਆ ਦੀ ਹਿਸਟਰੀ ਦੇ ਵਿੱਚ ਇੱਕੋ ਇੱਕ ਪੋਲੀਟੀਕਲ ਬੰਦਾ, ਰਾਜਸੀ ਬੰਦਾ, ਰਾਜ ਕਰਨ ਵਾਲਾ ਅਸ਼ੋਕ ਹੋਇਆ, ਜਿਹਦੇ ਆਪਣੇ ਬੱਚੇ ਮਹਾਤਮਾ ਬੁੱਧ ਦੇ ਧਰਮ ਦੇ ਅਨੁਯਾਈ ਪ੍ਰਚਾਰਕ ਬਣੇ। ਇੱਕੋ ਇੱਕ ਬੰਦਾ ਹੋਇਆ ਦੁਨੀਆ ਦੇ ਵਿੱਚ, ਕੋਈ ਬਣ ਨਹੀਂ ਸਕਿਆ, ਕੋਈ ਤੋਰ ਨਹੀਂ ਸਕਿਆ ਏਦਾਂ ਰਾਜਸੀ। ਖਾਸ ਕਰਕੇ ਗੁਰੂ ਮਹਾਰਾਜ ਦੇ, ਗੁਰੂ ਰਾਮਦਾਸ ਮਹਾਰਾਜ ਜੀ ਦੇ ਸਪੁੱਤਰ ਗੁਰੂ ਅਰਜਨ ਸਾਹਿਬ ਤੁਰਦੇ ਨੇ ਉਸ ਲਾਈਨ ਤੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਤੁਰਦੇ ਹਨ। ਪਰ ਮਸਲਾ ਹੈ ਰਾਜਸੀ ਸਟੇਟਸ ਦਾ, ਰਾਜ ਕਰਨ ਵਾਲਾ, ਜਿਹਨੂੰ ਲੋਕ ਮਹਾਰਾਜਾ ਕਹਿਣ, ਜਿਹਨੂੰ ਕਹਿਣ ਕਿ ਇਹ ਰਾਜ, ਇਹਦਾ ਹੁਕਮ ਚੱਲੇ ਤੇ ਲੋਕ ਸਿਰ ਝੁਕਾ ਦੇਣ। ਸਮਰਾਟ ਅਸ਼ੋਕ ਮਹਾਤਮਾ ਬੁੱਧ ਦਾ ਅਨੁਯਾਈ ਬਣਿਆ, ਬੋਧੀ ਬਣਿਆ, ਉਹਦੇ ਆਪਣੇ ਬੱਚੇ ਭਿਕਸ਼ੂ ਬਣੇ ਸਨ। ਇਹ ਵੱਖਰੀ ਗੱਲ ਹੈ। ਸਮੇਂ ਦੇ ਮੁਤਾਬਕ ਜਦੋਂ ਕਲਿੰਗਾ ਦਾ ਯੁੱਧ ਹੋਇਆ, ਖੂਨ ਖਰਾਬ ਹੋਇਆ, ਖੂਨ ਦੀਆਂ ਨਦੀਆਂ ਵਹਿ ਤੁਰੀਆਂ, ਉਹਨੇ ਆਪਣੀ ਕਿਰਪਾਨ ਛੱਡ ਦਿੱਤੀ, ਭਿਕਸ਼ੂ ਬਣ ਗਿਆ ਸੀ। ਉਹਦੇ ਬਾਅਦ ਨਾ ਸ਼ੋਕ ਰਿਹਾ, ਨਾ ਪਰਿਵਾਰ ਰਿਹਾ, ਤੇ ਨਾ ਮਹਾਤਮਾ ਬੁੱਧ ਦਾ ਹੀ ਟੱਬਰ ਰਿਹਾ। ਅੱਜ ਤੁਸੀਂ ਭਿਕਸ਼ੂ ਇੱਕੋ ਦੁੱਕੇ ਇੰਡੀਆ ਦੇ ਵਿੱਚ ਵੇਖੋਗੇ, ਗੱਲ ਖਤਮ ਹੋ ਚੁੱਕੀ ਹੈ। ਮਹਾਵੀਰ ਜੈਨ ਧਰਮ ਚਲਾ ਕੇ ਗਏ, ਗੱਲ ਮੁੱਕ ਚੁੱਕੀ ਹੈ ਹੁਣ ਉੱਥੋਂ। ਹੁਣ ਸਿੱਖ ਸੋਚੀ ਪਏ ਨੇ ਅਸੀਂ ਕਿਵੇਂ ਬਚੀਏ, ਕਿਉਂਕਿ ਇੱਕ ਬਹੁਤ ਵੱਡਾ ਅਜਗਰ ਹੈ ਜਿਹੜਾ ਸਾਰਿਆਂ ਨੂੰ ਨਿਗਲ ਜਾਂਦਾ ਹੈ। ਉਹਦੀਆਂ ਪਰੰਪਰਾਵਾਂ ਲੋਕਾਂ ਨੂੰ ਚੰਗੀਆਂ ਲੱਗਦੀਆਂ ਨੇ, ਮੋਹਤ ਲੱਗਦੀਆਂ ਨੇ। ਉਹਦੇ ਕਰਮ ਕਾਂਡ ਲੋਕਾਂ ਨੂੰ ਫੱਬਵੇਂ ਲੱਗਦੇ ਨੇ, ਮਨ ਨੂੰ ਚੰਗੇ ਜੇ ਲੱਗ ਰਹੇ ਹੁੰਦੇ ਨੇ। ਹੌਲੀ ਹੌਲੀ ਕਰਕੇ ਲੋਕ ਵਹਿੰਦੇ ਚਲੇ ਜਾਂਦੇ ਨੇ, ਔਰ ਉਹਨਾਂ ਦੇ ਮਤ ਦੇ ਪ੍ਰਚਾਰਕ ਮਜਬੂਰ ਹੋ ਜਾਂਦੇ ਨੇ, ਰਾਜਸੀ ਲੋਕ ਮਜਬੂਰ ਹੋ ਜਾਂਦੇ ਨੇ,
ਧਾਰਮਿਕ ਆਗੂ ਉਹਨਾਂ ਦੇ ਰਹਿਨੁਮਾ ਮਜਬੂਰ ਹੋ ਜਾਂਦੇ ਨੇ, ਉਹ ਆਪਣੇ ਸਮਾਜ ਨੂੰ ਰੁੜਦਿਆਂ ਤੇ ਵੇਖਦੇ ਨੇ, ਰੋਕ ਨਹੀਂ ਪਾਉਂਦੇ। ਗੱਲ ਮੁੱਕ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਅਸਲ 'ਚ ਉਹਨਾਂ ਦਾ ਸਿਧਾਂਤ ਮਰ ਚੁੱਕਾ ਹੁੰਦਾ ਹੈ, ਸਿਰਫ ਬੰਦਿਆਂ ਦੇ ਬੋਤੀ ਜਿਉਂਦੇ ਰਹਿ ਜਾਂਦੇ ਨੇ। ਲੋਕ ਤੁਰੀਆਂ ਫਿਰੀਆਂ ਲਾਸ਼ਾਂ ਹੀ ਹੁੰਦੇ ਨੇ, ਉਹਨਾਂ ਦੇ ਅੰਦਰੋਂ ਦੀ ਵਿਚਾਰਧਾਰਾ ਉਡਾਰੀ ਮਾਰ ਚੁੱਕੀ ਹੁੰਦੀ ਹੈ। ਇਹ ਦੁਖਾਂਤ ਮਹਾਰਾਜ ਨੇ ਵੇਖਿਆ ਸੀ ਭਾਰਤੀ ਖਿੱਤੇ ਦੇ ਵਿੱਚ। ਤਾਂ ਹੀ ਤਾਂ ਜੈਨੀਆਂ ਬਾਰੇ ਮਹਾਰਾਜ ਨੇ ਬਾਣੀ 'ਚ ਆਖਿਆ, ਮਹਾਰਾਜ ਕਹਿੰਦੇ ਨੇ, ਸਿਰ ਖੁਆਹੇ ਪੀਵੇਂ ਮਲਵਾਣੀ, ਝੂਠਾ ਮੰਗ ਮੰਗ ਖਾਹੀ, ਫੋਲ ਫਦੀਹਤ ਮੂੰਹ ਲੈਣ ਪੜਾਸਾਂ। ਜਿਸ ਧਰਮ 'ਚ ਇਹ ਸਮੱਸਿਆਵਾਂ ਆਉਣਗੀਆਂ ਨਾ, ਉਹ ਖਤਮ ਹੋਏਗਾ ਹੀ ਹੋਏਗਾ। ਜੈਨ ਧਰਮ ਦਾ ਖਤਮ ਹੋਣ ਦਾ ਕਾਰਨ ਕੀ ਸੀ? ਸਿਰਫ ਮਾंस ਨਾ ਖਾਣਾ, ਜੀਵ ਹੱਤਿਆ ਦਾ ਪਾਪ ਸਿਰ ਤੇ ਚੁੱਕ ਲੈਣਾ। ਜੀਵ ਹੱਤਿਆ, ਕੀੜੀ ਮਰ ਗਈ, ਜੀਵ ਹੱਤਿਆ। ਪੈਰ ਥੱਲੇ ਕੋਈ ਜੀਵ ਆ ਗਿਆ, ਜੀਵ ਹੱਤਿਆ। ਪਾਣੀ ਦੇ ਵਿੱਚ ਜੀਵ ਹੁੰਦੇ ਨੇ, ਪਾਣੀ ਬਹੁਤ ਘੱਟ ਯੂਜ਼ ਕਰਦੇ ਸਨ ਅਗਲੇ, ਬਹੁਤ ਘੱਟ। ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਨਾ, ਕਿਉਂਕਿ ਸ਼ਬਦ ਬਾਣੀ ਦਾ। ਫੁੱਲ ਫਦੀਹਤ ਮੂੰਹ ਲੈਣ ਪੜਾਸਾਂ ਦਾ ਅਰਥ ਹੈ, ਇੱਥੋਂ ਤੱਕ ਸਵੇਰੇ ਉਹਨਾਂ ਨੇ ਜੰਗਲ ਪਾਣੀ ਵੀ ਜਾਣਾ, ਟਾਇਲਟ ਜਾਣਾ, ਆਪਣੀ ਗੰਦਗੀ ਨੂੰ ਵੀ ਅਗਲੇ ਫੋਲ ਦਿੰਦੇ ਸਨ। ਉਹ ਪਾਣੀ ਯੂਜ਼ ਨਹੀਂ ਸਨ ਕਰਦੇ। ਇੱਥੋਂ ਤੱਕ ਕਿ ਸੁਣਨ ਵਿੱਚ ਆਇਆ, ਅਮਰੀਕਾ ਕੈਨੇਡਾ ਵਿੱਚ ਜੈਨੀਆਂ ਦੇ ਬਜ਼ੁਰਗ ਆਪਣੇ ਘਰ ਦੇ ਵਿੱਚ ਉਹ ਵੱਖਰਾ ਹੀ ਤਰੀਕਾ ਬਣਾਉਂਦੇ ਨੇ ਕੁਝ, ਕਿਉਂਕਿ ਹੁਣ ਤਾਂ ਖੇਤ ਬਾਤ ਰਹੇ ਨਹੀਂ ਲਾਗੇ ਤਾਗੇ। ਉਹ ਜਾਂਦੇ ਸਨ, ਉਹਨਾਂ ਨੂੰ ਹੁੰਦਾ ਸੀ ਕਿ ਸਾਡੀ ਗੰਦਗੀ ਵਿੱਚ ਵੀ ਸਮਾਂ ਪਾ ਕੇ ਕੀੜੇ ਪੈਦਾ ਹੋਣਗੇ, ਤੇ ਉਹ ਕੀੜੇ ਜਨਮ ਲੈ ਕੇ ਮਰਨਗੇ, ਤੇ ਪਾਪ ਸਾਡੇ ਸਿਰ ਹੀ ਲੱਗਣਾ। ਮਹਾਰਾਜ ਕਹਿੰਦੇ ਨੇ, ਧਰਮ ਕਿੱਥੋਂ ਬਚੇਗਾ? ਜਿਹੜਾ ਜੀਵ ਹੱਤਿਆ ਦਾ ਭਾਰ ਇੰਨਾ ਬਣਾ ਚੁੱਕਾ ਹੈ, ਇਹ ਨਹੀਂ ਸਰਵਾਈਵ ਕਰ ਸਕਦਾ। ਤੇ ਕੀ ਸਿੱਖ ਇਹ ਐਡਵਾਂਸ ਸੋਚ ਰਹੇ ਨੇ ਇਸ ਬਾਰੇ ਕਿ ਬਾਣੀ ਕੀ ਕਹਿ ਰਹੀ ਹੈ ਇਸ ਬਾਰੇ? ਕੀ ਬਾਣੀ ਜੀਵ ਹੱਤਿਆ ਮੰਨਦੀ ਹੈ? ਕੀ ਗੁਰਬਾਣੀ ਦਾ ਵਿਸ਼ਵਾਸ ਹੈ ਕਿ ਜੀਵ ਹੱਤਿਆ ਵੀ ਹੁੰਦੀ ਹੈ ਅਸਲ ਦੇ ਵਿੱਚ, ਤੇ ਉਹਦਾ ਪਾਪ ਵੀ ਲੱਗਦਾ? ਕਦੀ ਪੜ੍ਹ ਕੇ ਵੇਖ ਲਓ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਮਹਾਰਾਜ ਕਹਿੰਦੇ ਨੇ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ, ਕੌਣ ਮਾਸ ਕੌਣ ਸਾਖ ਕਹਾਵੈ, ਕਿਸਮੇ ਪਾਪ ਸਮਾਨ। ਬਈ ਦੱਸੋ ਤੇ ਸਹੀ, ਕਿਹਦੇ 'ਚ ਪਾਪ ਹੈ? ਆ ਜਿਹੜੇ ਕੱਪੜੇ ਪਾਈ ਫਿਰਦੇ ਹੋ, ਇਹ ਕਿੱਥੋਂ ਆਉਂਦੇ ਨੇ? ਕਿਸਾਨ ਕਪਾਹ ਬੀਜਦਾ ਹੈ, ਔਰ ਤੁਹਾਨੂੰ ਪਤਾ, ਕਿਸਾਨ ਜਦੋਂ ਕੋਈ ਚੀਜ਼ ਬੀਜਦਾ ਨਾ, ਉਹ ਸੱਪਾਂ ਦੀਆਂ ਸਿਰੀਆਂ ਮਿੱਧਦਾ, ਉਹ ਜੀਵ ਮਾਰੇਗਾ, ਪਰਿੰਦੇ ਮਾਰੇਗਾ, ਤਾਂ ਹੀ ਫਸਲ ਬਚਦੀ ਹੈ ਉਹਦੀ। ਕਿੰਨਾ ਕੁਝ ਮਾਰ ਕੇ ਤੁਹਾਨੂੰ ਕੁਝ ਦੇ ਰਿਹਾ ਹੁੰਦਾ। ਮਹਾਰਾਜ ਕਹਿੰਦੇ ਨੇ, ਤੋਇਓ ਕਹਿੰਦੇ ਨੇ ਪਾਣੀ ਨੂੰ, ਜਿਹਨੂੰ ਬਾਣੀ ਜੀਵ ਮੰਨਦੀ। ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਏ। ਤੋਇਓ ਅੰਨ ਕਮਾਦ ਕਪਾਹਾ, ਤੋਇਓ ਤੇਰੇ ਭਵਨ ਗੰਨਾ। ਮਹਾਰਾਜ ਕਹਿੰਦੇ ਨੇ, ਇਹ ਤੇ ਰਸ ਛੋੜ ਹੋਵੇ ਸੰਨਿਆਸੀ। ਜੇ ਛੱਡਣਾ ਤੇ ਤੈਨੂੰ ਸਾਰਾ ਕੁਝ ਛੱਡਣਾ ਪਏਗਾ। ਫਿਰ ਜਿਹੜੀ ਚੀਜ਼ ਪਾਣੀ ਨਾਲ ਰਿਲੇਟਿਵ ਹੈ ਨਾ, ਸਭ ਛੱਡਣੀ ਪੈਣਗੀ ਤੈਨੂੰ। ਆ ਚੌਲ ਦਾਲ ਸਬਜ਼ੀਆਂ ਫਰੂਟ, ਇਹ ਕਿੱਥੋਂ ਆ ਰਹੀਆਂ ਨੇ? ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਈ। ਲਿਵਿੰਗ ਥਿੰਗ ਹੈ ਸਭ ਕੁਝ, ਲਿਵਿੰਗ ਪਲਾਂਟ ਹੈ। ਭੱਜ ਸਕਦਾ ਕੋਈ ਬੰਦਾ? ਮਹਾਰਾਜ ਨੇ ਆਖਿਆ, ਜਦੋਂ ਇਹ ਭਰਮ ਦਾ ਭਾਰ ਬੰਦਾ ਚੁੱਕ ਲਏਗਾ ਨਾ, ਉਹ ਸਰਵਾਈਵ ਨਹੀਂ ਕਰ ਪਾਏਗਾ। ਅੱਜ ਸਮੱਸਿਆਵਾਂ ਬਹੁਤ ਵੱਡੀਆਂ ਆ ਚੁੱਕੀਆਂ ਨੇ। ਸਾਨੂੰ ਸਮੇਂ ਨਾਲ ਇਸ ਅਲਾਰਮ ਲਾ ਲੈਣਾ ਚਾਹੀਦਾ, ਸਾਡੇ ਬੱਚੇ ਨਾ ਕਿਤੇ ਬਾਗੀ ਹੋ ਜਾਣ, ਕਿਤੇ ਆਉਣ ਵਾਲੀਆਂ ਜਨਰੇਸ਼ਨਾਂ ਨਾ ਭਾਜਣ ਕਿ ਰੂੜੀਵਾਦੀ ਅਸੀਂ ਨਹੀਂ ਚੁੱਕਣੀ, ਬਲਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਬੜੀ ਐਡਵਾਂਸ ਹੈ। ਅਸੀਂ ਉਹਦੀ ਵਿਆਖਿਆ ਗਲਤ ਨਾ ਕਰ ਬੈਠੀਏ, ਅਸੀਂ ਕਿਤੇ ਪਰਿਭਾਸ਼ਾ ਹੀ ਨਾ ਨਵੀਆਂ ਆਪਣੀਆਂ ਬਣਾ ਕੇ ਬਹਿ ਜਾਈਏ। ਬਾਣੀ ਨੂੰ ਬੜੀ ਚੇਸ਼ਟਾ ਨਾਲ ਪੜ੍ਹਨ ਦੀ ਲੋੜ ਹੈ, ਬੜੀ ਦੀਰਘਤਾ ਨਾਲ ਜਾਣਨ ਦੀ ਲੋੜ ਹੈ। ਮਹਾਰਾਜ ਕਹਿੰਦੇ ਨੇ, ਤਜਣਾ ਕੀ ਹੁੰਦਾ ਅਸਲ ਦੇ ਵਿੱਚ, ਛੱਡਣਾ ਕੀ ਹੁੰਦਾ, ਇਹ ਬਾਣੀ ਕੋਲੋਂ ਪੁੱਛੋ। ਫਿਜ਼ੀਕਲੀ ਤੌਰ ਤੇ ਮਟੀਰੀਅਲ ਨਾ ਛੱਡੋ। ਇਹ ਤੇ ਕਰਤੇ ਦੀ ਕਾਦਰ ਦੀ ਕੁਦਰਤ ਹੈ, ਉਹਦੀ ਰਚਨਾ ਹੈ, ਇਹਦੇ ਨਾਲ ਨਫ਼ਰਤ ਨਾ ਕਰੋ। ਪਾਣੀ ਤੋਂ ਘਬਰਾਓ ਨਾ, ਪਾਣੀ 'ਚ ਤਰਨ ਦੀ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰੋ। ਦੇਖੋ, ਇੱਕ ਸ਼ਬਦ ਹੁੰਦਾ ਸ਼ਲੋਕ ਵਾਰਾਂ ਦੇ ਵਧੀਕ ਵਿੱਚ, ਮਹਾਰਾਜ ਕਹਿੰਦੇ ਨੇ, ਜੇ ਤੂੰ ਤਾਰੂ ਪਾਣ, ਜੇ ਤੂੰ ਪਾਣੀ ਤੇ ਤਰਨਾ ਚਾਹੁੰਦਾ ਹੈ, ਜੇ ਚੋਇਸ ਹੈ ਤਰਨਾ ਚਾਹੁੰਦਾ ਹੈ ਤਾਂ ਕੀ ਕਰ? ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤ੍ਰਿੜਨ ਕਲ। ਉਹਨਾਂ ਨੂੰ ਪੁੱਛ ਜਿਹੜੇ ਤੈਰਾਕੇ ਨੇ, ਤਰਨਾ ਜਾਣਦੇ ਨੇ, ਤਰ ਚੁੱਕੇ ਨੇ ਆਲਰੇਡੀ, ਉਹਨਾਂ ਕੋਲੋਂ ਪੁੱਛ ਕਿਵੇਂ ਤਰੀਦਾ। ਹੁਣ ਅਰਦਾਸ ਵਿੱਚ ਤੁਸੀਂ ਜਦੋਂ ਕਹਿੰਦੇ ਹੋ, ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਅੱਗੇ ਕੀ ਪੜ੍ਹਦੇ ਆ ਜੀ? ਧਰਮ ਨਹੀਂ ਹਾਰਿਆ, ਤਾਰੂ ਨੇ, ਤਰੇ ਹੋਏ ਲੋਕ ਨੇ, ਆਲਰੇਡੀ ਲਿਸਟ ਹੈਗੀ ਉਹਨਾਂ ਦੀ।
ਭਗਤ ਕਬੀਰ ਸਾਹਿਬ, ਨਾਮਦੇਵ ਸਾਹਿਬ, ਫਰੀਦ ਸਾਹਿਬ, ਗੁਰੂ ਨਾਨਕ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਤਰੇ ਹੋਏ ਸਾਰੇ। ਉਹਨਾਂ ਨੂੰ ਪੁੱਛ ਕਿੱਦਾਂ ਤਰੇ ਹੋ ਤੁਸੀਂ, ਉਹਨਾਂ ਦਾ ਐਕਸਪੀਰੀਅੰਸ ਸੁਣ ਧਿਆਨ ਦੇ ਨਾਲ, ਘਬਰਾ ਨਾ, ਡਰ ਨਾ। ਗੁਰੂ ਮਹਾਰਾਜ ਕਹਿੰਦੇ ਨੇ ਜੋ ਪ੍ਰਾਣੀ ਮਮਤਾ ਤਜੈ, ਲੋਭ ਮੋਹ ਅਹੰਕਾਰ, ਮਾਇਆ ਮਟੀਰੀਅਲ ਨਾ ਛੱਡ, ਉਹਦੀ ਮਮਤਾ ਛੱਡ, ਪਕੜ ਛੱਡ। ਪਕੜ ਰੱਖੇਗਾ ਉਹ ਤੈਨੂੰ ਕਮਜ਼ੋਰ ਕਰ ਦੇਗੀ। ਜੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਜ਼ੋਰੀ ਉਹਦੀ ਔਲਾਦ ਬਣ ਜਾਂਦੀ ਨਾ, ਉਹ ਬੰਦੇ ਨੇ ਧਰਮ ਛੱਡ ਦੇਣਾ ਸੀ ਆਪਣਾ। ਉਹਦੀ ਔਲਾਦ ਉਹਦਾ ਧਰਮ ਨਹੀਂ ਛੁਡਾ ਸਕੀ, ਉਹਦੀ ਔਲਾਦ ਉਹਦੇ ਲਈ ਮਮਤਾ ਨਹੀਂ ਬਣ ਸਕੀ, ਕਮਜ਼ੋਰੀ ਨਹੀਂ ਬਣੀ। ਅਗਲਿਆਂ ਨੇ ਸੀਨਾ ਚੀਰ ਕੇ ਉਹਦੇ ਸਾਹਮਣੇ, ਪਹਿਲਾਂ ਉਹਦੀ ਝੋਲੀ ਵਿੱਚ ਬੱਚਾ ਪਾਇਆ ਅਜੈ ਸਿੰਘ, ਤੇ ਹੱਥ ਵਿੱਚ ਖੰਜਰ ਫੜਾਇਆ, ਉਹਦੀਆਂ ਹੱਥਾਂ 'ਚ ਬੇੜੀਆਂ ਖੋਲਤੀਆਂ, ਆਖਿਆ ਕਿ ਖੋਬ ਕੇ ਇਹਦਾ ਸੀਨਾ ਚੀਰ ਦੇ। ਤੇ ਬੰਦਾ ਸਿੰਘ ਬਹਾਦਰ ਦੇ ਹੱਥੋਂ ਦੀ ਖੰਜਰ ਛੁੱਟ ਗਿਆ। ਆਖਿਆ ਪੈ ਗਿਆ ਨਾ ਕਮਜ਼ੋਰ ਔਲਾਦ ਨੂੰ ਵੇਖ ਕੇ। ਬੰਦਾ ਸਿੰਘ ਬਹਾਦਰ ਕਹਿੰਦੇ ਔਲਾਦ ਨੂੰ ਵੇਖ ਕੇ ਕਮਜ਼ੋਰ ਨਹੀਂ ਪਿਆ। ਤੁਸੀਂ ਭਾਵੇਂ ਜਲਾਦਾਂ ਨੂੰ ਆਖਿਆ ਤੁਸੀਂ ਭਾਵੇਂ ਆਪਣੀ ਔਲਾਦ ਵੀ ਮੇਰੀ ਝੋਲੀ ਪਾ ਦੋ ਨਾ, ਖੰਜਰ ਉਹਨਾਂ ਤੇ ਵੀ ਨਹੀਂ ਚੱਲੇਗਾ ਮੇਰਾ। ਬੇਕਸੂਰੇ ਤੇ ਖੰਜਰ ਨਹੀਂ ਚੱਲਦੇ ਹੁੰਦੇ ਸਾਡੇ, ਇਹਦਾ ਕੀ ਕਸੂਰ ਹੈ? ਇਹਨਾਂ ਲਈ ਖੰਜਰ ਨਹੀਂ ਬਣੇ ਹੋਏ। ਤੁਸੀਂ ਕਰ ਸਕਦੇ ਹੋ ਤੇ ਕਰ ਲਓ ਜੋ ਕਰਨਾ ਹੈ। ਉਹਨਾਂ ਨੇ ਅਗਲਿਆਂ ਨੇ ਅੱਖਾਂ ਸਾਹਮਣੇ ਚੀਰ ਕੇ ਨਾ ਉਹਦਾ ਸੀਨਾ ਵਿੱਚੋਂ ਤੜਫਦਾ ਗੁਰਦਾ ਕੱਢ ਕੇ ਉਹਦੇ ਮੂੰਹ ਦੇ ਵਿੱਚ ਪਾ ਦਿੱਤਾ। ਉਹਦੇ ਬੱਚੇ ਦੀ ਮਮਤਾ, ਉਹਦਾ ਧਰਮ ਨਹੀਂ ਗਵਾ ਸਕੀ। ਅਗਲਾ ਜਕਾਰੇ ਛੱਡਦਾ ਗਿਆ, ਧੰਨ ਸਿੱਖੀ, ਧੰਨ ਸਿੱਖੀ ਕਹਿ ਕੇ ਆਪਣੇ ਬੱਚੇ ਦੀ ਕੁਰਬਾਨੀ ਤੋਂ ਫਿਦਾ ਹੁੰਦਾ ਰਿਹਾ। ਪਕੜ ਜਿਹੜੀ ਹੈ ਨਾ, ਮਹਾਰਾਜ ਕਹਿੰਦੇ ਨੇ ਇਹ ਛੱਡਣੀ ਪਏਗੀ। ਜੋ ਪ੍ਰਾਣੀ ਮਮਤਾ ਤਜੈ, ਲੋਭ ਮੋਹ ਅਹੰਕਾਰ, ਲਾਲਚ ਮੋਹ ਹੰਕਾਰ, ਇਹਦੀ ਮਮਤਾ ਤਿਆਗ। ਮਹਾਰਾਜ ਕਹਿੰਦੇ ਨੇ ਕਹੋ ਨਾਨਕ ਆਪਨ ਤਰੈ, ਔਰਨ ਲੇਤ ਉਧਾਰ। ਮਹਾਰਾਜ ਕਹਿੰਦੇ ਨੇ ਉਹ ਆਪ ਵੀ ਤਰਦਾ ਕਿਉਂਕਿ ਉਹਨੂੰ ਤਰੀਕਾ ਆ ਚੁੱਕਾ ਹੁੰਦਾ, ਉਹਦੇ ਕੋਲ ਮੈਥਡ ਹੈ, ਕੋਈ ਜੁਗਤ ਹੈ। ਉਹ ਤਰਿਆ ਕਿੱਦਾਂ, ਹੋਰਾਂ ਨੂੰ ਵੀ ਦੱਸ ਜਾਂਦਾ ਕਿਵੇਂ ਤਰੀਦਾ ਹੁੰਦਾ। ਔਰਨ ਲੇਤ ਉਧਾਰ, ਜਿਹੜੇ ਡਰੇ ਹੋਏ ਸਹਿਮੇ ਨੇ ਉਹਨਾਂ ਨੂੰ ਰਿਲੀਫ ਦੇ ਜਾਂਦਾ, ਉਹਨਾਂ ਦੇ ਅੰਦਰ ਜ਼ੋਰ ਦਮ ਭਰ ਜਾਂਦਾ। ਡਰੋ ਨਾ, ਮੈਂ ਤਰਿਆ ਤੇ ਬਹੁਤ ਲੋਕ ਤਰ ਸਕਦੇ ਨੇ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਮੁਬਾਰਕ ਸ਼ਲੋਕ ਦੀ ਵਿਚਾਰ ਸਾਂਝੀਆਂ ਕਰਦੇ ਹਾਂ। ਸੁਭਾਵਕ ਕੀ ਭੁੱਲਾਂ ਚੁੱਕਾਂ ਹੋਈਆਂ ਹੁਣ ਖਿਮਾ ਦਾ ਜਾਚਕਾਂ ਜੀ। ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।